हेलो एवरीवन, वेलकम यू ऑल इन योर ओन चैनल लर्न एवरीथिंग। सो ਅਸੀਂ ਕਰ ਰਹੇ ਸੀ ਫਿਜ਼ਿਕਸ ਦਾ ਜੋ ਪੀਐਨ ਜੰਕਸ਼ਨ ਡਾਇਓਡ ਅਲੱਗ-ਅਲੱਗ ਟਾਈਪ ਆਪਾਂ ਡਾਇਓਡਸ ਕਰ ਰਹੇ ਸੀ, ਕਾਫੀ ਸਾਰੇ ਹੋ ਗਿਆ ਐਂਡ ਦਿਸ ਵਨ ਇਜ਼ ਲਾਈਟ ਐਮਿਟਿੰਗ ਡਾਇਓਡ LED ਐਂਡ ਇਟਸ ਵੈਰੀ ਇੰਪੋਰਟੈਂਟ ਤੇ ਬਹੁਤ ਈਜ਼ੀ ਹੈ, ਬਹੁਤ ਈਜ਼ੀ ਵੇ ਨਾਲ ਕਰਾ ਦੇਣਾ, ਡੋਂਟ ਵਰੀ। फर्स्ट ऑफ ऑल व्हाट इज द फुल फॉर्म ऑफ LED दैट इज लाइट एमिटिंग डायोड। नाम तो ही है लाइट एमिटिंग, दैट मींस ਜਿਹਦੇ ਵਿੱਚ ਲਾਈਟ ਐਮਿਟ ਹੋਏਗੀ। ਦਿਸ ਇਜ਼ ਦਾ ਸਿੰਬਲ ਜਿਹਦੇ ਵਿੱਚ ਸੋ ਸੇਮ ਪੀਐਨ ਜੰਕਸ਼ਨ ਵਾਂਗ ਹੀ ਹੈ, ਬਸ ਇੱਥੇ ਦੋ ਐਰੋ ਬਣਾਏ ਹੋਏ ਆ। ਐਰੋ ਕੀ ਰਿਪਰੈਜ਼ੈਂਟ ਕਰ ਰਿਹਾ? दैट मींस ਲਾਈਟ ਇਜ਼ ਐਮਿਟਿੰਗ, ਮਤਲਬ ਲਾਈਟ ਐਮਿਟ ਹੋ ਰਹੀ ਹੈ ਉਹਦੇ ਵਿੱਚੋਂ। दैट इज वाई ਦਾ ਨੇਮ ਵੀ ਕੀ ਹੈਗਾ, ਲਾਈਟ ਐਮਿਟਿੰਗ ਡਾਇਓਡ। ਓਕੇ, ਸੋ ਫਸਟ ਆਫ ਆਲ ਦੀ ਡੈਫੀਨੇਸ਼ਨ ਦੇਖ ਲੈਂਦੇ ਆ, ਕਿਉਂਕਿ ਡੈਫੀਨੇਸ਼ਨ ਚ ਹੀ ਕੁਐਸਚਨ ਬਹੁਤ ਵਾਰੀ ਬਣ ਜਾਂਦਾ। स्पेशली मेड पीएन जंक्शन डायोड, लाइक जिदा जीनर डायोड भी एक स्पेशली पीएन जंक्शन डायोड ही सीगा, ये भी साडे कोल एक स्पेशली पीएन जंक्शन डायोड आ। ये किहदे तो बनदा हैगा? गैलियम आर्सेनाइड एंड फॉस्फाइड। मेन याद रखना, जो पेपर च आएगा वो पूछेगा कि किहदे कंबीनेशन तो बनदा है। इन विच व्हेन करंट इज फ्लो इन द फॉरवर्ड डायरेक्शन, जो करंट फॉरवर्ड डायरेक्शन दे विच होएगा ਤੇ ਉੱਥੋਂ ਕੀ ਇਮਿਟ ਹੋਏਗੀ? ਲਾਈਟ ਐਮਿਟ ਹੋਏਗੀ ਡਿਪਲੀਸ਼ਨ ਰੀਜਨ ਦੇ ਵਿੱਚੋਂ। ਜਿਹੜਾ ਡਿਪਲੀਸ਼ਨ ਰੀਜਨ ਹੋਏਗਾ ਨਾ, ਉਹਦੇ ਵਿੱਚੋਂ ਲਾਈਟ ਐਮਿਟ ਹੋਏਗੀ। ਐਂਡ ਯਾਦ ਰੱਖੋ, ਇਹ ਹਾਈਲੀ ਡੋਪਿੰਗ ਹੁੰਦੀ ਹੈ। ਇਹਦੇ ਵਿੱਚ ਡੋਪਿੰਗ ਕੀ ਹੁੰਦੀ? ਹਾਈ ਡੋਪਿੰਗ ਕਰਕੇ। ਹਾਈ ਡੋਪਿੰਗ ਦਾ ਮਤਲਬ ਕੀ ਆ? ਪੀ ਦੇ ਵਿੱਚ ਹੋਲ ਜ਼ਿਆਦਾ ਹੋਣਗੇ, ਐਨ ਦੇ ਵਿੱਚ ਇਲੈਕਟ੍ਰੋਨਸ ਜ਼ਿਆਦਾ ਹੋਣਗੇ। ਸਮਝਦੇ ਹੋ ਨਾ? ਇੰਪਿਉਰਿਟੀ ਜ਼ਿਆਦਾ ਐਡ ਕੀਤੀ, ਜੇ ਪੀ ਟਾਈਪ ਹੋਏਗਾ ਉਹ ਚ ਹੋਲ ਜ਼ਿਆਦਾ ਹੋਣਗੇ, ਐਨ ਟਾਈਪ ਆ ਉਹ ਚ ਇਲੈਕਟ੍ਰੋਨਸ ਜ਼ਿਆਦਾ ਹੋਣਗੇ, ਦੈਟ ਮੀਨਸ ਹਾਈ ਡੋਪਿੰਗ ਹੋ ਗਈ। ਤੇ ਤੁਸੀਂ ਉਹਨੂੰ ਫਾਰਵਰਡ ਵਾਈਜ਼ ਕਰ ਦਿੰਦੇ ਹੋ। फॉरवर्ड वाइसिंग ना उत्थे की होएगा? लाइट एमिट होएगी डिप्लीशन रीजन चो। मैं पूरा मैकेनिज्म भी समझा दूंगी किद्दां होएगी। फर्स्ट ऑफ ऑल थोड़ी इंट्रो देख लो। लाइक जिद्दां हुण देखो, पहला मैं तुहानूं थोड़ा बैलेंस बैंड कंडक्शन बैंड तो समझा दूंगा। तुहानूं पता बैलेंस बैंड दे विच इलैक्ट्रॉन्स हुंदे ने, कंडक्शन बैंड जिहड़ा हैगा आ ਉਹਦੇ ਵਿੱਚ नहीं ਹੁੰਦੇ, है ना, खाली ਹੁੰਦਾ है। ਇਹਦਾ ਫੀਲਡ ਹੁੰਦਾ ਹੈ ਐਮਪਟੀ ਹੋ ਗਿਆ। ਸੈਮੀਕੰਡਕਟਰ ਦੀ ਗੱਲ ਕਰ ਰਹੇ ਆ ਆਪਾਂ। ਸੈਮੀਕੰਡਕਟਰ ਦੇ ਵਿੱਚ ਅਪਰੋਕਸੀਮੇਟਲੀ ਜਿਹੜਾ ਗੈਪ ਆ ਦੈਟ ਇਜ਼ 1 ਇਲੈਕਟ੍ਰੋਨ ਵੋਲਟ ਦਾ ਹੀ ਹੁੰਦਾ ਹੈ। ਹੁਣ ਕੀ ਕਰਦੇ ਆ? ਸਾਨੂੰ ਪਤਾ ਜਿਹੜੇ ਸੈਮੀਕੰਡਕਟਰ ਆ ਉਦਾਂ ਤਾਂ ਇਨਸੂਲੇਟਰ ਬਿਹੇਵ ਕਰਦੇ ਆ 0 ਕੈਲਵਿਨ ਤੇ, ਬਟ ਆਪਾਂ ਜਦੋਂ ਟੈਂਪਰੇਚਰ ਰਾਈਜ਼ ਕਰਦੇ ਆ ਦੈਨ ਬਿਹੇਵ ਲਾਈਕ ਕੰਡਕਟਰਸ। ਯਾਨੀ ਇਹਨਾਂ ਚ ਦੋਨਾਂ ਦੀ ਪ੍ਰੋਪਰਟੀਜ਼ ਹੁੰਦੀ। ਸੈਮੀਕੰਡਕਟਰ ਦੇ ਐਕਟ ਐਜ਼ ਇਨਸੂਲੇਟਰ ਐਜ਼ ਵੈਲ ਐਜ਼ ਕੰਡਕਟਰ, ਦੋਨਾਂ ਦੀ ਪ੍ਰੋਪਰਟੀ ਲਾਈ ਕਰਦੀ ਆ। ਠੀਕ ਆ ਜੀ। ਜਦੋਂ ਮੈਂ ਇਹਨੂੰ ਟੈਂਪਰੇਚਰ ਦਵਾਂਗੀ, ਇਹ ਇਲੈਕਟ੍ਰੋਨ ਜਿਹੜਾ ਐਕਸਾਈਟ ਕਰਕੇ ਕਿੱਥੇ ਚਲ ਜਾਏਗਾ? ਇੱਥੇ ਚਲ ਜਾਏਗਾ। ਤੇ ਇੱਥੇ ਕੀ ਕ੍ਰੀਏਟ ਹੋ ਜਾਏਗਾ? ਇੱਕ ਹੋਲ ਕ੍ਰੀਏਟ ਹੋ ਜਾਏਗਾ। ਤੇ ਜਦੋਂ ਇਲੈਕਟ੍ਰੋਨ ਵਾਪਸ ਆਏਗਾ देयर विल बी, देखो एक कुछ एनर्जी लेके ऊपर गया, जो वापस आएगा नीचे, जो वापस नीचे आएगा की होएगा? एनर्जी एमिट होएगी। वो एनर्जी एमिट हो सकती इन दी फॉर्म ऑफ लाइट या फिर इन दी फॉर्म ऑफ हीट। क्लियर? ध्यान नाल सुन लो। एक इलैक्ट्रॉन है इत्थे, है ना, उन्होंने ਅਸੀਂ एनर्जी दी, एनर्जी लेके एक्साइट होके कंडक्शन बैंड चल गया, बट ये वापस ਇੱਥੇ आएगा, यानी ਇਹਦੇ ਵਿੱਚ ਇਲੈਕਟ੍ਰੋਨ ਜਿਹੜਾ ਆ ਵਾਪਸ ਹੋਲ ਜਾਏਗਾ। ਇਸੇ ਕਰਕੇ ਇਹਦੇ ਵਿੱਚ ਇਲੈਕਟ੍ਰੋਨ ਹੋਲ ਰੀਕੰਬੀਨੇਸ਼ਨ ਹੁੰਦਾ। ਇਹ ਪੇਪਰ ਚ ਪੁੱਛਿਆ ਜਾ ਸਕਦਾ ਕਿ ਐਲਈਡੀ ਦੇ ਵਿੱਚ ਕੀ ਹੁੰਦਾ? ਇਲੈਕਟ੍ਰੋਨ ਹੋਲ ਰੀਕੰਬੀਨੇਸ਼ਨ, ਦੁਬਾਰਾ ਤੋਂ ਕੰਬਾਈਨ ਹੋਏ। ਰੀਕੰਬੀਨੇਸ਼ਨ ਪਹਿਲਾਂ ਉਹ ਚਲ ਗਿਆ ਸੀ, ਫਿਰ ਉੱਥੇ ਵਾਪਸ ਆਇਆ। ਹੁਣ ਜਦੋਂ ਵਾਪਸ ਆਇਆ ਉਹਨੇ ਵਾਧੂ એનર્ਜੀ ਜਿਹੜੀ ਬਾਹਰ ਕੱਢਣੀ, ਉਹ ਜਿਹੜੀ એનર્ਜੀ ਇਨ ਦੀ ਫਾਰਮ ਆਫ ਹੀਟ ਵੀ ਨਿਕਲ ਸਕਦੀ, ਇਨ ਦੀ ਫਾਰਮ ਆਫ ਲਾਈਟ ਵੀ ਨਿਕਲ ਸਕਦੀ ਆ। ਜਿਹੜੇ ਤਾਂ ਹੁੰਦੇ ਸਾਡੇ ਕੋਲ ਪਿਓਰ ਸੈਮੀਕੰਡਕਟਰ ਲਾਈਕ ਸਿਲੀਕਨ ਜਾਂ ਜਰਮੇਨੀਅਮ ਦਾ, ਉਹਦੇ ਵਿੱਚੋਂ ਤਾਂ ਹੀਟ ਦੀ ਫਾਰਮ ਚ ਨਿਕਲਦੀ ਆ। ਬਟ ਜਦੋਂ ਆਪਾਂ ਕੋਈ ਸੈਮੀਕੰਡਕਟਰ ਲੈਨੇ ਗੈਲੀਅਮ ਆਰਸੇਨਾਈਡ ਤੇ ਫਾਸਫਾਈਡ, है ना, ਤੇ ਫਿਰ ਜਿਹੜਾ ਆ ਸਾਡੇ ਕੋਲ ਲਾਈਟ ਜਿਹੜੀ એનર્ਜੀ ਨਿਕਲਦੀ ਉਹ ਇਨ ਦੀ ਫਾਰਮ ਆਫ ਕੀ ਨਿਕਲਦੀ ਆ? ਲਾਈਟ ਨਿਕਲਦੀ ਆ। ਇਸੇ ਕਰਕੇ ਫਿਰ ਆਪਾਂ ਨੂੰ ਕਹਿੰਦੇ ਲਾਈਟ ਐਮਿਟਿੰਗ ਡਾਇਓਡਸ। ਕਲੀਅਰ ਹੋਇਆ ਕਿ ਇਹਦੇ ਵਿੱਚ ਕਿਹੜਾ ਪ੍ਰਿੰਸੀਪਲ ਕਿਤੇ ਕੰਮ ਕਰਦਾ ਹੈ? ਇਲੈਕਟ੍ਰੋਨ ਹੋਲ ਰੀਕੰਬੀਨੇਸ਼ਨ। ਜਦੋਂ ਉੱਥੇ ਇਲੈਕਟ੍ਰੋਨਸ ਤੇ ਹੋਲਸ ਦਾ ਰੀਕੰਬੀਨੇਸ਼ਨ ਹੋਇਆ, ਉੱਥੋਂ ਜਿਹੜੀ ਐਕਸਟਰਾ એનર્ਜੀ ਬਾਹਰ ਨਿਕਲੀ ਇਨ ਦੀ ਫਾਰਮ ਆਫ ਲਾਈਟ, ਉਹਨੂੰ ਆਪਾਂ ਬੋਲ ਦਿੱਤਾ ਲਾਈਟ ਐਮਿਟਿੰਗ ਡਾਇਓਡ। ਕਲੀਅਰ? ਸਿੰਪਲ ਫੰਡਾ ਹੈਗਾ, ਕੁਝ ਜ਼ਿਆਦਾ ਨਹੀਂ ਹੈਗਾ ਇਹਦੇ ਵਿੱਚ। ਆਪਾਂ ਦੂਸਰੀ ਡਾਇਗਰਾਮ ਤੋਂ ਵੀ ਚੰਗੀ ਤਰ੍ਹਾਂ ਸਮਝ ਲਾਂਗੇ, ਬਟ ਪਹਿਲਾਂ ਤੁਹਾਨੂੰ ਇਹ ਵੀ ਚੀਜ਼ ਥੋੜੀ ਜਿਹੀ ਕਲੀਅਰ ਹੋਣੀ ਚਾਹੀਦੀ ਆ ਕਿ ਇਹ એનર્ਜੀ ਗੈਪ ਤੇ ਡਿਪੈਂਡ ਕਰਦਾ। ਆਪਾਂ એનર્ਜੀ ਗੈਪ ਜਿਹੜਾ ਆ, ਜਿੱਦਾਂ ਬਾਈ ਚੇਂਜਿੰਗ ਦੀ ਵੈਲਿਊ ਆਫ એનર્ਜੀ ਗੈਪ ਜਿਹੜੀ ਤੇ ਇੰਪਿਉਰਿਟੀ ਦੀ ਕਨਸੈਂਟ੍ਰੇਸ਼ਨ, ਉਹਨਾਂ ਦੀ ਵੈਲਿਊਜ਼ ਘਟਾ ਵਧਾ ਕੇ ਅਸੀਂ ਅਲੱਗ-ਅਲੱਗ ਕਲਰਸ ਦੀਆਂ ਜਿਹੜੀਆਂ ਲਾਈਟਸ ਆ ਉਹ ਲੈ ਸਕਦੇ ਆ, ਕਿਉਂਕਿ એનર્ਜੀ ਕਿੰਨੇ ਦੀ ਹੈਗੀ ਆ ਉੱਤੇ ਡਿਪੈਂਡ ਕਰਦਾ। ਇਹ ਗੈਪ ਨੂੰ ਤੁਸੀਂ ਘਟਾ ਕੇ ਜਾਂ ਇੰਪਿਉਰਿਟੀ ਐਡ ਕਰਕੇ ਵਧਾ ਕੇ, ਜਦੋਂ ਇੰਪਿਉਰਿਟੀ ਦੀ ਕਨਸੈਂਟ੍ਰੇਸ਼ਨ ਚੇਂਜ ਕਰਕੇ ਜਿਹੜੀ ਲਾਈਟ ਮਿਲੇਗੀ ਉਹ ਤੁਹਾਨੂੰ ਅਲੱਗ-ਅਲੱਗ ਕਲਰਸ ਦੀ ਮਿਲੇਗੀ, ਲਾਈਕ ਬਲੂ, ਗ੍ਰੀਨ, ਯੈਲੋ, ਔਰੇਂਜ। ਉਹ ਇਹਦੇ ਤੇ ਡਿਪੈਂਡ ਕਰਦਾ, ਸੋ ਵੀ ਪਤਾ ਹੋਣਾ ਚਾਹੀਦਾ। ਬਾਈ ਚੇਂਜਿੰਗ ਦ ਵੈਲਿਊ ਆਫ Eg and by changing the impurity concentration it is possible to get the life of different colors. ਕਲੀਅਰ? ਸਾਨੂੰ ਪੁੱਛਿਆ ਜਾ ਸਕਦਾ ਐਲਈਡੀ ਚ ਕਿ ਲਾਈਟ ਡਿਫਰੈਂਟ ਕਲਰ ਦੀ ਕਿੱਦਾਂ ਹੋਏਗੀ। ਮੈਂ ਹਰ ਇੱਕ ਪੁਆਇੰਟ ਤੋਂ ਸਮਝਾ ਦੇਣਾ ਜਿਹੜੇ ਵੀ ਇੱਥੇ ਲਿਖੇ ਹੋਏ ਆ। ਹੁਣ ਇਹ ਜਿਹੜੀ ਲਾਈਟ ਐਮਿਟ ਹੋਈ ਹੈ ਨਾ, ਅਸੀਂ ਗੱਲ ਕੀਤੀ ਲਾਈਟ ਦੀ, ਜੇ ਤਾਂ ਉਹ ਵਿਜ਼ੀਬਲ ਰੀਜਨ ਚ ਜਾਂਦੀ ਹੈ। ਵਿਜ਼ੀਬਲ ਰੀਜਨ ਕਿਹੜਾ ਹੁੰਦਾ? ਵਿਵਗੋਰ, ਪਤਾ ਤੁਹਾਨੂੰ। ਵਿਵਗੋਰ ਵਾਇਲਟ ਤੋਂ ਜਿੱਥੇ ਤੱਕ ਜਾਂਦਾ ਰੈੱਡ ਤੱਕ। ਇਹ ਵਾਇਲਟ ਦੀ ਰੇਂਜ ਹੁੰਦੀ 380 ਤੋਂ 450 ਨੈਨੋਮੀਟਰ, ਉਹ ਹੁੰਦੀ 620 ਤੋਂ 750 ਨੈਨੋਮੀਟਰ।
ਠੀਕ ਹੈ ਜੀ। ਵਾਇਲਟ ਤੋਂ ਰੈੱਡ ਤੱਕ ਮਤਲਬ ਕਿ ਇੰਨੀ ਰੇਂਜ ਦੇ ਵਿੱਚ ਜੇ ਤਾਂ ਉਹ ਵਾਲੀ ਲਾਈਟ ਜਿਹੜੀ ਆ ਸਾਡੇ ਇਥੋਂ ਐਕਸਟਰਾ એનર્ਜੀ ਨਿਕਲਦੀ ਹੈ ਇਸ ਰੀਜਨ ਦੇ ਵਿੱਚ ਫਾਲ ਕਰਦੀ, ਉਹ ਲਾਈਟ ਤੁਹਾਨੂੰ ਦਿਖੇਗੀ। ਵਿਜ਼ੀਬਲ ਰੀਜਨ ਕੀ ਹੁੰਦਾ, ਜਿਹੜੀਆਂ ਲਾਈਟ ਸਾਨੂੰ ਦਿਖਦੀਆਂ। ਬਹੁਤ ਸਾਰੇ ਕਲਰ ਸਾਨੂੰ ਇਨਫਰਾਰੈਡ ਹੋ ਜਾਣਗੇ, ਨਹੀਂ ਦਿਖਣਗੇ, ਅਲਟਰਾਵਾਇਲਟ ਵੀ ਨਹੀਂ ਦਿਖਣਗੇ। ਕਲੀਅਰ। ਸੋ ਇਸ ਰੀਜਨ ਦੇ ਵਿੱਚ ਜੇ એનર્ਜੀ ਫਾਲ ਕਰਦੀ ਆ that means ਉਹ ਵਾਲਾ ਜਿਹੜਾ ਕਲਰ ਆ ਉਹ ਤੁਹਾਨੂੰ ਦਿਖਾਈ ਦੇਗਾ। ਸੋ this is something about this। ਨੈਕਸਟ ਜਿਹੜਾ ਫਾਰਮੂਲਾ ਤੁਹਾਨੂੰ ਪਤਾ ਹੈ, ਲਾਈਟ ਆ, ਫੋਟੋਨ ਹੁੰਦੇ, એનર્ਜੀ ਕੀ ਹੁੰਦੀ ਹੈ ਸਾਡੇ ਕੋਲ, ਫੋਟੋਨ ਦੀ એનર્ਜੀ h ਨਿਊ, ਤੇ ਨਿਊ c ਇਜ਼ ਇਕੁਅਲ ਟੂ ਕੀ ਹੁੰਦਾ, ਨਿਊ ਲੈਮਡਾ, ਨਿਊ ਇਜ਼ ਇਕੁਅਲ ਟੂ ਕੀ ਹੋਗਾ c ਅਪਨ ਲੈਮਡਾ। ਤੇ ਅਸੀਂ ਵੈਲਿਊ ਪੁੱਟ ਕਰਦੇ ਹਾਂ, ਸਾਡੇ ਕੋਲ ਕੀ ਬਣਦਾ, e ਜੀ ਜਿਹੜੀ ਹੈ એનર્ਜੀ ਗੈਪ ਹੈ h c ਅਪਨ ਲੈਮਡਾ। ਇਹ ਬਹੁਤ ਜਗ੍ਹਾ ਫਾਰਮੂਲਾ ਤੁਸੀਂ ਪੜਿਆ ਹੋਏਗਾ, ਜਾਂ ਨਹੀਂ ਪੜਿਆ ਹੋਵੇ ਪਤਾ, ਲਾਈਟ ਇਨ ਦੀ ਟਰਮ ਆਫ ਫੋਟੋਨ ਹੁੰਦੀ, એનર્ਜੀ ਕਿੰਨੀ ਹੁੰਦੀ, h ਨਿਊ। h ਇਜ਼ ਦਾ ਪਲੈਂਕ ਕਾਂਸਟੈਂਟ। ਪਲੈਂਕ ਕਾਂਸਟੈਂਟ ਦੀ ਵੈਲਿਊ ਹਮੇਸ਼ਾ ਇੰਨੀ ਹੀ ਰਹਿੰਦੀ ਹੈ, ਠੀਕ ਹੈ। c is the velocity of light, velocity of light 3 into 10 power 8 meter per second ਰਹਿੰਦੀ ਹੈ। in case of ਜਿਹੜੇ ਇਹ ਵਾਲਾ ਅਸੀਂ ਲਿਆ ਗੈਲੀਅਮ ਆਰਸੇਨਾਈਡ ਤੇ ਫਾਸਫਾਈਡ, ਉਹਦੇ ਵਿੱਚ ਜਿਹੜਾ ਗੈਪ ਹੈ that is 1.90 ਇਲੈਕਟ੍ਰੋਨ ਵੋਲਟ ਹੀ ਅਪਰੋਕਸੀਮੇਟਲੀ ਰਹਿੰਦਾ ਹੈ। ਤਾਂ ਜਦੋਂ ਤੁਸੀਂ ਇਹ ਵੈਲਿਊ ਸਾਰੀਆਂ ਇੱਥੇ ਪੁੱਟ ਕਰੋਗੇ, h ਦੀ ਵੈਲਿਊ, c ਦੀ ਵੈਲਿਊ ਤੇ ਇਹ ਵਾਲਾ એનર્ਜੀ ਗੈਪ, ਤੇ ਤੁਹਾਡੇ ਕੋਲ ਲੈਮਡਾ ਦੀ ਵੈਲਿਊ ਆ ਜਾਏਗੀ 6500, ਇਹ ਆ ਗਿਆ 6500 ਐਂਗਸਟ੍ਰਮ ਆ ਜਾਏਗੀ। ਐਂਗਸਟ੍ਰਮ ਦੀ ਵੈਲਿਊ ਹੁੰਦੀ 10⁻⁻10 ਮੀਟਰ। ਓਕੇ, ਯੂਨਿਟ ਆ ਜਿਹਨੂੰ ਮੀਟਰ ਚ ਲਿਖਣਾ ਹੋਵੇ। ਇਹ ਲਾਈਜ਼ ਕਰਦੀ ਇਨ ਦਾ ਵਿਜ਼ੀਬਲ ਰੀਜਨ। ਦੇਖ ਲਓ ਜਦੋਂ ਇਹਨੂੰ ਮੈਂ ਕਰਾਂਗੀ ਤੇ ਮੈਂ ਕੀ ਲਿਖਾਂਗੀ, ਇਹਨੂੰ ਦੇਖੋ 6500 ਆਇਆ ਨਾ, ਤੇ ਇਹਨੂੰ ਮੈਂ 650 into 10 ਦੀ ਪਾਵਰ ਕਿੰਨਾ ਲਿਖ ਸਕਦੀ ਹਾਂ ਮੈਂ, ਉਹ ਨੈਨੋਮੀਟਰ ਚ ਨਾ -9 ਬਣਾਣਾ, ਇਹਨੂੰ -9 ਇਦਾਂ ਲਿਖ ਸਕਦੀ ਹਾਂ। 1 0 ਨੇ 1 0 ਇਧਰੋਂ ਕੈਨਸਲ ਹੋ ਜਾਏਗੀ ਨਾ ਜਦੋਂ ਡਿਵਾਈਡ ਚ ਲਿਖਾਂਗੇ ਆਪਾਂ ਇਹਨੂੰ। ਕਲੀਅਰ। ਇਹ ਪਾਵਰ ਇੱਕ ਮੈਂ 10 ਜਿਹੜਾ ਇੱਥੇ ਐਡ ਕਰ ਦਿੱਤਾ ਤੇ ਕਿੰਨਾ ਰਹਿ ਜਾਏਗਾ, -9 ਰਹਿ ਜਾਏਗਾ ਨਾਲ 650। ਇਹ ਕੀ ਹੁੰਦਾ, 10⁻⁻9 ਕੀ ਹੁੰਦਾ, ਨੈਨੋਮੀਟਰ। तो 650 लाई करदा ही है इत्थे, दैट मीनस ये विजिबल रीजन च जाके फॉल करदी पई है ना। सो इस करके इत्थों क्लीयर भी हो जांदा है कि ये जिहड़ा लाइट एमिटिंग डायोड जिहड़ा इहदे विच लाइट है वो सानू विजिबल रीजन च दिखेगी जी। क्लीयर। सो गैलियम आर्सेनाइड ते फॉस्फाइड दे केस दे विच इन्ना हुंदा। ਜੇ ਤੁਸੀਂ याद भी रखना तो तुहानू मैकेनिज्म भी समझा दिता कि ई जी है, एच की वैल्यू इत्थे पुट कर दी, सी की वैल्यू पुट कर दी, ई जी दी कीती, लैम्डा इधर आ जाओ, ई जी नीचे आ जाएगा। ਤੁਸੀਂ ਫੁੱਲ ਵੈਲਿਊਜ਼ ਪੁੱਟ ਕਰੋਗੇ ਨਾ ਤੇ ਲੈਮਡਾ ਇੰਨਾ ਆਏਗਾ, ਤੁਸੀਂ ਕੈਲਕੂਲੇਸ਼ਨ ਕਰ ਸਕਦੇ ਹੋ ਕੈਲਕੂਲੇਟਰ ਤੇ, ਠੀਕ ਹੈ। ਸੋ ਜੇ ਅਸੀਂ ਗੱਲ ਕਰੀਏ ਇਨਫਰਾਰੈਡ ਐਲਈਡੀ, ਇਨਫਰਾਰੈਡ ਤੁਹਾਨੂੰ ਨਹੀਂ ਦਿਖਣਗੀਆਂ, ਲਾਈਕ ਜਿੱਦਾਂ ਰਿਮੋਟਸ ਹੁੰਦੇ ਆ ਨਾ, ਉਹਦੇ ਵਿੱਚ ਵੀ ਹੁੰਦੀ ਆ ਐਲਈਡੀ ਥੋੜੀ, ਜਿਹਦੇ ਨਾਲ ਕੰਟਰੋਲ ਕਰਦੇ ਆ, ਰਿਮੋਟ ਕੰਟਰੋਲਿੰਗ ਜਿਹੜੀ ਹੁੰਦੀ ਆ, ਉਹਦੇ ਵਿੱਚ ਅਸੀਂ ਗੈਲੀਅਮ ਤੇ ਆਰਸੇਨਾਈਡ ਯੂਜ਼ ਕਰਦੇ ਆ, ਫਾਸਫਾਈਡ ਨਹੀਂ ਪਾਉਂਦੇ, ਕਿਉਂਕਿ ਉਹਦੇ ਨਾਲ ਕੀ ਹੁੰਦਾ, ਜਿਹੜੀ ਲਾਈਟ ਐਮਿਟ ਹੁੰਦੀ ਆ ਉਹ ਵਿਜ਼ੀਬਲ ਰੀਜਨ 'ਚ ਜਾ ਕੇ ਫਾਲ ਨਹੀਂ ਕਰਦੀ, ਇਸ ਲਈ ਸਾਨੂੰ ਦਿਖਾਈ ਨਹੀਂ ਦਿੰਦੀ। क्लियर। उधर वो सारी फंक्शनिंग होएगी। सो दिस इज समथिंग अबाउट दिस। नैक्सट ਇਹਦੇ ਵਿੱਚ ਹੈਗਾ ਕਿ ਜੇ ਰਿਵਰਸ ਮੈਂ ਰਿਵਰਸ ਚ ਦਾ ਕੰਮ ਕਰਾਉਣਾ ਹੋਵੇ ਤਾਂ ਬਹੁਤ ਘੱਟ, ਇਸ ਲਈ ਫਾਰਵਰਡ ਚ ਕੰਮ ਕਰਦਾ, ਕਿਉਂਕਿ ਰਿਵਰਸ ਦੇ ਵਿੱਚ ਜਿਹੜੀ ਵੋਲਟੇਜ ਆ ਵੈਰੀ ਲੋ ਹੁੰਦੀ, 5 ਵੋਲਟ ਇੰਨੇ ਤੇ ਕੰਮ ਕਰਿਓ, ਇਸ ਤੋਂ ਜ਼ਿਆਦਾ ਉੱਤੇ ਕੰਮ ਕਰੇਗਾ ਹੀ ਨਹੀਂ, ਉਹ ਉਹਦਾ ਆਪਰੇਟਰ ਖਰਾਬ ਹੋ ਜਾਏਗਾ। ਇਸ ਕਰਕੇ ਰਿਵਰਸ ਬ੍ਰੇਕਡਾਊਨ 'ਚ ਜ਼ਿਆਦਾ ਕੰਮ ਨਹੀਂ ਕਰਦਾ, ਬਟ ਫੇਰ ਵੀ ਯਾਦ ਰੱਖਣਾ ਇਹ ਬਹੁਤ ਲੋ ਵੋਲਟੇਜ ਤੇ ਕੰਮ ਕਰਦਾ, ਜੇ ਉਹਦੇ ਵਿੱਚ ਅਸੀਂ ਰਿਵਰਸ ਕਰਾ ਵੀ ਦਈਏ ਦੈਨ ਓਨਲੀ ਐਟ ਦੀ 5 ਵੋਲਟ। ਯੂ ਕੈਨ ਟੇਕ ਦ ਸਕਰੀਨਸ਼ਾਟ, ਫਿਰ ਆਪਾਂ ਇੱਕ ਸਮ ਕਰਦੇ ਹਾਂ। ਇਹਦੇ ਵਿੱਚ ਥੋੜਾ ਮੈਂ ਤੁਹਾਨੂੰ ਹਾਂ ਮੈਕੈਨਿਜ਼ਮ ਵੀ ਸਮਝਾ ਦਿੰਦੀ ਆ, ਲਾਈਕ ਅਸੀਂ ਪੀਐਨ ਜੰਕਸ਼ਨ ਡਾਇਓਡ ਤੋਂ ਵੀ ਸਮਝ ਲੈਣੇ ਕਿੱਦਾਂ ਹੁੰਦਾ, ਨਾਲੇ ਇੱਕ ਵਾਰੀ ਤੁਹਾਡਾ ਰਿਵਾਈਜ਼ ਵੀ ਹੋ ਜਾਏਗਾ ਪੀਐਨ ਜੰਕਸ਼ਨ ਡਾਇਓਡ ਕਿ ਅਸੀਂ ਕਿੱਦਾਂ ਕੀਤਾ ਸੀ। ਦੇਖੋ ਸਾਡੇ ਕੋਲ ਮੰਨ ਲਓ ਇਹ ਹੈ ਪੀ ਚ ਜ਼ਿਆਦਾ ਕੀ ਹੋਣਗੇ, ਹੋਲ, ਸਾਰਿਆਂ ਨੂੰ ਪਤਾ ਜ਼ਿਆਦਾ ਕੀ ਹੋਣਗੇ, ਹੋਲ, ਦੈਟ ਮੀਨਸ ਪੋਜ਼ਿਟਿਵ ਜ਼ਿਆਦਾ ਹੋਣਗੇ। ਇਹਦੇ ਵਿੱਚ ਕੀ ਜ਼ਿਆਦਾ ਹੋਣਗੇ, ਇਲੈਕਟ੍ਰॉन्स, ਐਨ ਦੇ ਵਿੱਚ ਇਹ ਮੈਂ ਪੀ ਟਾਈਪ ਲੈ ਲਿਆ, ਐਨ ਟਾਈਪ, ਇਹਦੇ ਵਿੱਚ ਜ਼ਿਆਦਾ ਕੀ ਹੁੰਦੇ, ਇਲੈਕਟ੍ਰॉन्स। ਹੁਣ ਇਹ ਤਾਂ ਹਾਈਲੀ ਡੋਪਡ ਆ, ਹਾਈਲੀ ਡੋਪਡ ਮਤਲਬ ਇਹਦੇ ਵਿੱਚ ਇਲੈਕਟ੍ਰॉन्स ਬਹੁਤ ਜ਼ਿਆਦਾ ਹੋਣਗੇ, ਇਹ ਚ ਹੋਲ ਬਹੁਤ ਜ਼ਿਆਦਾ ਹੋਣਗੇ, ਤੁਹਾਨੂੰ ਪਤਾ ਨਾ, ਬਟ ਮਾਈਨੋਰਿਟੀ ਥੋੜੇ ਜਿਹਾ ਤਾਂ ਕੈਰੀਅਰ ਆਪੋਜ਼ਿਟ ਹੁੰਦੀ ਹੈ, ਪੋਜ਼ਿਟਿਵ ਤੋਂ ਥੋੜਾ ਜਿਹਾ ਨੈਗੇਟਿਵ ਹੋਏਗਾ, ਨੈਗੇਟਿਵ ਚ ਕਿਤੇ ਕਿਤੇ ਕੀ ਹੋਏਗਾ, ਪੋਜ਼ਿਟਿਵ ਹੋਏਗਾ। ਕਲੀਅਰ। ਐਂਡ ਦਿਸ ਇਜ਼ ਦ ਡਿਪਲੀਸ਼ਨ ਰੀਜ਼ਨ। ਐਨ ਦੇ ਕੋਲ ਕੀ ਹੁੰਦੇ ਆ, ਪੋਜ਼ਿਟਿਵ, ਠੀਕ ਆ ਜੀ, ਤੇ ਪੋਜ਼ਿਟਿਵ ਕੋਲ ਕੀ ਆ ਜਾਂਦੇ ਆ, ਨੈਗੇਟਿਵ। ਇਹ ਜੰਕਸ਼ਨ ਮੈਂ ਪੂਰਾ ਸਮਝਾਇਆ ਹੋਇਆ। ਹੁਣ ਇਹਦੀ ਮੈਂ ਕੀ ਕੀਤੀ, ਫਾਰਵਰਡ ਵਾਈਸਿੰਗ, ਫਾਰਵਰਡ ਵਾਈਸਿੰਗ ਕਰ ਦੇਣੀ। ਫਾਰਵਰਡ ਵਾਈਸਿੰਗ ਮਤਲਬ ਪੋਜ਼ਿਟਿਵ ਨੂੰ ਪੋਜ਼ਿਟਿਵ ਨਾਲ ਕਨੈਕਟ ਕਰਾਂਗੇ, ਠੀਕ ਹੈ ਜੀ, ਨੈਗੇਟਿਵ ਨੂੰ ਨੈਗੇਟਿਵ ਨਾਲ ਕਨੈਕਟ ਕਰਾਂਗੇ। ਹੁਣ ਪੋਜ਼ਿਟਿਵ ਚਾਰਜ ਗਿਆ, ਪੋਜ਼ਿਟਿਵ ਪੋਜ਼ਿਟਿਵ ਇੱਕ ਦੂਜੇ ਨੂੰ ਕੀ ਕਰਨਗੇ, ਰਿਪੈਲ ਕਰਨਗੇ, ਤੇ ਇਹ ਸਾਰੇ ਪੋਜ਼ਿਟਿਵ ਰਿਪੈਲ ਹੋ ਕੇ ਕਿੱਧਰ ਨੂੰ ਚੱਲ ਜਾਣਗੇ, ਡਿਪਲੀਸ਼ਨ ਰੀਜਨ ਵੱਲ ਨੂੰ। ਇੱਧਰ ਨੂੰ ਧੱਕਾ ਲੱਗੇਗਾ, ਨੈਗੇਟਿਵ ਨੈਗੇਟਿਵ ਨੂੰ ਰਿਪੈਲ ਕਰੇਗਾ, ਇਹ ਵੀ ਸਾਰੇ ਨੈਗੇਟਿਵ ਕਿੱਧਰ ਨੂੰ ਧੱਕਾ ਇਹਨਾਂ ਨੂੰ ਲੱਗੇਗਾ, ਇੱਧਰ ਨੂੰ।
ਸਿਰਫ ਓਨਲੀ ਮਾਈਨੋਰਿਟੀ ਕੁਝ ਪੋਜ਼ਿਟਿਵ ਇੱਧਰ ਨੂੰ ਅਟਰੈਕਟ ਹੋਣਗੇ ਤੇ ਕੁਝ ਨੈਗੇਟਿਵ ਇੱਧਰ ਨੂੰ ਅਟਰੈਕਟ ਹੋਣਗੇ, ਅਦਰਵਾਈਜ਼ ਇਹ ਇੱਧਰ ਨੂੰ ਰਿਪੈਲ ਹੋਣਗੇ, ਇਹ ਇੱਧਰ ਨੂੰ ਰਿਪੈਲ ਹੋਣਗੇ, ਇਹ ਜਾ ਕੇ ਡਿਪਲੀਸ਼ਨ ਲੇਅਰ ਨੂੰ ਕੀ ਕਰਨਗੇ, ਪੁਸ਼ ਕਰਨਗੇ। ਇਹ ਦੇਖੋ ਹੁਣ ਇੱਥੇ ਹੋਲਸ ਇੱਧਰ ਜਾਣਗੇ, ਇਲੈਕਟ੍ਰੋਨਸ ਇੱਧਰ ਆਣਗੇ। ਜਦੋਂ ਇਦਾਂ ਹੋਏਗਾ ਤੇ ਇੱਥੇ ਜਿਹੜੀ ਡਿਪਲੀਸ਼ਨ ਰੀਜਨ ਆ ਇਹਦੇ ਵਿੱਚ ਕੁਝ ਇਲੈਕਟ੍ਰੋਨਸ ਤੇ ਕੁਝ ਹੋਲਸ ਦਾ ਰੀਕੰਬੀਨੇਸ਼ਨ ਹੋਏਗਾ ਤੇ ਉੱਥੋਂ ਕੀ ਨਿਕਲੇਗੀ, ਲਾਈਟ। ਕਲੀਅਰ? ਹੁਣ ਸਮਝ ਆਇਆ ਕਿ ਜਿਹਦੇ ਵਿੱਚ ਇਨ ਵਿਚ when current is flow in the forward direction visible light emitted from the depletion region, ਕਿੱਥੋਂ ਨਿਕਲਣੀ visible light, ਉਹ depletion region ਚੋਂ ਨਿਕਲਣੀ ਆ। ਕਿਉਂ? ਜਦੋਂ ਇਹਨਾਂ ਨੇ ਉੱਧਰ ਜਾਣਾ, ਹੋਲਸ ਨੇ ਇਹਨਾਂ ਨੂੰ ਧੱਕਾ ਵੱਜਾ, ਇਲੈਕਟ੍ਰੋਨਸ ਉੱਧਰ, ਇਹਨਾਂ ਨੇ ਡਿਪਲੀਸ਼ਨ ਲੇਅਰ ਨੂੰ ਹੋਰ ਥਿਨ ਕਰਨਾ, ਇਹਨਾਂ ਨੇ ਬੈਰੀਅਰ ਨੂੰ ਕ੍ਰਾਸ ਕਰ ਜਾਣਾ। ਕ੍ਰਾਸ ਕਰਨ ਦੇ ਦੌਰਾਨ ਵਿੱਚ ਕੀ ਹੋਏਗਾ, ਇਲੈਕਟ੍ਰੋਨ ਤੇ ਹੋਲਸ ਦਾ ਰੀਕੰਬੀਨੇਸ਼ਨ ਹੋਏਗਾ। ਜਿਹੜੇ ਇਲੈਕਟ੍ਰੋਨ ਉੱਥੋਂ ਚਲ ਗਏ ਸੀ ਉਹ ਦੁਬਾਰਾ ਕੰਬਾਈਨ ਹੋਣਗੇ, ਹੋਲਸ ਕੰਬਾਈਨ ਹੋਣਗੇ, ਉਹਨਾਂ ਨੇ ਇਲੈਕਟ੍ਰੋਨ ਹੋਲ ਜੋ ਰੀਕੰਬੀਨੇਸ਼ਨ ਹੋਏਗਾ ਆਪਣੇ ਚੋਂ ਐਕਸਟਰਾ એનર્ਜੀ ਬਾਹਰ ਕੱਢਣਗੇ। ਉਹ એનર્ਜੀ ਇਨ ਦੀ ਫਾਰਮ ਆਫ ਲਾਈਟ ਨਿਕਲੇਗੀ, ਜਿਹਨੂੰ ਆਪਾਂ ਕਹਿੰਦੇ ਲਾਈਟ ਐਮਿਟਿੰਗ ਡਾਇਓਡ। ਪੀਐਨ ਜੰਕਸ਼ਨ ਡਾਇਓਡ ਹੈ ਨਾ, ਇਹ ਚ ਲਾਈਟ ਐਮਿਟ ਹੋਈ ਦਾ ਨਾਮ ਰੱਖਤਾ ਲਾਈਟ ਐਮਿਟਿੰਗ ਡਾਇਓਡ। ਕਲੀਅਰ? ਬਸ ਇਹਦੇ ਵਿੱਚ ਇਹ ਕਹਾਣੀਆਂ ਤੇ ਇਹੀ ਮੈਕੈਨਿਜ਼ਮ, ਜਿਹਨੂੰ ਇਹ ਚੀਜ਼ ਸਮਝ ਆ ਗਈ, ਕੁਝ ਔਖਾ ਨਹੀਂ ਕਿ ਹਾਈਲੀ ਡੋਪਿੰਗ ਕੀਤੀ, ਫਾਰਵਰਡ ਵਾਈਸਿੰਗ ਕੀਤੀ ਆ। ਪ੍ਰਿੰਸੀਪਲ ਕਿਸ ਪ੍ਰਿੰਸੀਪਲ ਤੇ ਕੰਮ ਕਰਦਾ, ਇਲੈਕਟ੍ਰੋਨ ਹੋਲ ਰੀਕੰਬੀਨੇਸ਼ਨ, ਤੇ ਉਸਨੂੰ ਕੀ ਨਿਕਲਦੀ ਹੈ, ਲਾਈਟ ਨਿਕਲਦੀ ਹੈ। ਜੇ ਉਹ ਲਾਈਟ ਵਿਜ਼ੀਬਲ ਰੀਜਨ 'ਚ ਜਾ ਕੇ ਫਾਲ ਕਰਦੀ ਇੰਨੀ એનર્ਜੀ ਦੇ ਵਿੱਚ ਤਾਂ ਅਸੀਂ ਕਹਿ ਦਿੰਨੇ ਆ ਵੀ ਇਹ ਜਿਹੜਾ ਆ ਉਹ ਲਾਈਟ ਤੁਹਾਨੂੰ ਦਿਖੇਗੀ, ਅਦਰਵਾਈਜ਼ ਨਹੀਂ ਦਿਖੇਗੀ। ਬਹੁਤ ਸਾਰੀਆਂ ਐਲਈਡੀਜ਼ ਹੋ ਜਿਹਨਾਂ ਵਿੱਚੋਂ ਇਨਫਰਾਰੈਡ ਰੇਡੀਏਸ਼ਨਸ ਵੀ ਨਿਕਲਦੀਆਂ। ਠੀਕ ਹੈ, ਸੋ ਨੈਕਸਟ ਦੇਖਦੇ ਹਾਂ ਆਪਾਂ ਦਾ ਕੁਐਸਚਨ। ਇੱਕ ਕੁਐਸਚਨ ਤੁਸੀਂ ਖੁਦ ਵੀ ਟਰਾਈ ਕਰਨਾ ਕਿਉਂਕਿ ਨਿਊਮੈਰੀਕਲ ਬਹੁਤ ਈਜ਼ੀ ਆਂਦਾ, ਇਹਦੇ ਵਿੱਚੋਂ ਜ਼ਿਆਦਾ ਔਖਾ ਨਿਊਮੈਰੀਕਲ ਨਹੀਂ ਆਂਦਾ। wavelength of light emitted by LED is 600 nanometer। ਕਿ ਜਿਹੜੀ LED ਆ ਉਹਨੇ ਜਿਹੜੀ ਲਾਈਟ ਐਮਿਟ ਕੀਤੀ ਆ ਉਹਦੀ wavelength is lambda 600 nanometer। ਓਕੇ, ਨੈਨੋ ਦੀ ਵੈਲਿਊ ਕਿੰਨੀ ਹੁੰਦੀ, 10 ਦੀ ਪਾਵਰ -9। ਠੀਕ ਹੈ, ਜਿਹਨੂੰ ਮੈਂ ਲਿਖ ਲਵਾਂ ਇਦਾਂ ਲਿਖ ਸਕਦੀ ਨਾ, ਤੇ ਇਹ ਬਣ ਜਾਏਗਾ 6 × 10 ਦੀ ਪਾਵਰ -7 ਮੀਟਰ। ਠੀਕ ਹੈ ਜੀ, ਪਤਾ ਕੀ ਕਰਨਾ ਹੈਗਾ ਆਪਾਂ, એનર્ਜੀ ਗੈਪ ਈਜ਼ੀ ਪਤਾ ਕਰਨਾ। ਇਜ਼ ਇਕੁਅਲ ਟੂ ਕੀ ਹੁੰਦਾ ਸਾਡੇ ਕੋਲ h ਨਿਊ, ਤੇ ਨਿਊ ਨੂੰ ਆਪਾਂ ਕੀ ਲਿਖਦੇ ਆ, c/λ। ਵੇਟ, ਇਹਦੀ ਸਾਡੇ ਕੋਲ ਕੀ ਹੁੰਦਾ h ਨਿਊ, ਨਿਊ ਨੂੰ ਆਪਾਂ ਕੀ ਲਿਖਦੇ ਆ, c/λ। ਪਤਾ ਹੈ ਕਿਉਂ? ਕਿਉਂਕਿ c ਦਾ ਫਾਰਮੂਲਾ ਕੀ ਹੁੰਦਾ ਸਾਡੇ ਕੋਲ, ਨਿਊ ਲੈਮਡਾ, ਨਿਊ ਇੱਥੋਂ ਕੀ ਆ ਜਾਂਦਾ, c/λ। h c/λ, h ਦੀ ਵੈਲਿਊ ਤੁਹਾਨੂੰ ਪਤਾ ਹੈ 6.6 2 ਲੈ ਕੇ 10 - 37 प्लैंक्स कांस्टेंट सेम रहता। ये 3 × 10 की पावर की रहेगी 8 डिवाइड बाय लैम्डा। लैम्डा ਤੁਹਾਨੂੰ ਕਿੰਨਾ ਗਿਵਨ ਹੈਗਾ 6 × 10 की पावर -7 मीटर। ਤੁਸੀਂ ਇਹਨੂੰ ਕੀ ਕਰ ਲੋਗੇ, ਸੋਲਵ ਕਰੋਗੇ ਐਂਡ ਯੂ ਵਿਲ ਗੈਟ ਯੂਅਰ ਆਨਸਰ। ਤੁਹਾਡਾ ਇੱਥੇ ਆਨਸਰ ਆ ਜਾਏਗਾ that is 2.02 ਇਲੈਕਟ੍ਰੋਨ ਵੋਲਟ। ਇਹ ਤੁਸੀਂ ਮੈਚ ਕਰ ਲੈਣਾ। ਠੀਕ ਹੈ ਜੀ, ਸੋ ਦਿਸ ਇਜ਼ ਆਲ ਅਬਾਊਟ ਕਿ ਕਿੱਦਾਂ ਅਸੀਂ ਇਹ ਨਿਊਮੈਰੀਕਲ ਕਰ ਸਕਦੇ ਹਾਂ। ਠੀਕ ਹੈ, h ਦੀ ਵੈਲਿਊ ਪੁੱਟ ਕਰ ਦਿੱਤੀ, c ਦੀ ਵੈਲਿਊ ਪੁੱਟ ਕਰਤੀ, ਲੈਮਡਾ ਤੁਹਾਨੂੰ ਗਿਵਨ ਸੀ ਉਹਦੀ ਵੈਲਿਊ ਪੁੱਟ ਕਰ ਦਿੱਤੀ, ਫਾਰਮੂਲਾ ਲਗਾ ਕੇ ਤੁਹਾਡਾ ਆਨਸਰ ਆ ਜਾਏਗਾ। ਠੀਕ ਹੈ ਜੀ, ਇਲੈਕਟ੍ਰੋਨ ਵੋਲਟ ਚ ਆਏਗਾ। ਇਹ ਵੀ ਯਾਦ ਰੱਖਣਾ ਨਾ, 2.02 ਇਲੈਕਟ੍ਰੋਨ ਵੋਲਟ। ਇਹ ਤੁਸੀਂ ਕੈਲਕੂਲੇਸ਼ਨ ਕਰ ਲੈਣੀ। ਮੇਨ ਤੁਸੀਂ ਇਹ ਚੀਜ਼ ਸਮਝੋ, ਤੁਹਾਨੂੰ ਪੇਪਰ ਜਿਹੜੀ ਕੈਲਕੂਲੇਸ਼ਨ ਪਾਏਗਾ ਉਹ ਈਜ਼ੀ ਵਾਲੀ ਪਾਏਗਾ। ਠੀਕ ਹੈ, ਸੋ ਤੁਹਾਨੂੰ ਇਹ ਮੇਨ ਚੀਜ਼ ਪਤਾ ਲੱਗਣੀ ਚਾਹੀਦੀ ਆ। ਸੋ ਦਿਸ ਇਜ਼ ਆਲ ਅਬਾਊਟ LED ਕਿ LED ਦੇ ਵਿੱਚ ਮੇਨ ਫੰਕਸ਼ਨਿੰਗ ਕਿੱਦਾਂ ਹੁੰਦੀ ਹੈ, ਇਹ ਧਿਆਨ ਰੱਖਣਾ ਹੈ। ਤੇ ਜੇ ਤੁਹਾਨੂੰ ਵੀਡੀਓ ਪਸੰਦ ਆਂਦੀ ਪਲੀਜ਼ ਲਾਈਕ ਐਂਡ ਕਮੈਂਟ ਜ਼ਰੂਰ ਕਰਿਆ ਕਰੋ, ਹੋਰਾਂ ਨਾਲ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕਸ ਫॉर ਵਾਚਿੰਗ ਦ ਵੀਡੀਓ।